कोई रबी उपदेश ਦੀ ਸਾਂਝ ਕਰਦਾ, ਕੋਈ ਨਾਮ ਦੀ ਕਮਾਈ ਕਰਕੇ ਆਪਣਾ ਜੀਵਨ ਬਣਾ ਕੇ ਉਹਨਾਂ ਦੇ ਜੀਵਨ ਨੂੰ ਦੇਖ ਦੇਖ ਕੇ ਲੋਕਾਂ ਦਾ ਉਧਾਰ ਹੋਈ ਜਾਂਦਾ ਹੈ। ਕਿਉਂਕਿ ਜੀਵਨ ਜਿਹੜਾ ਹੈ ਉਹ ਆਧਾਰ ਕਰਦਾ ਹੈ ਕੱਲੀ ਵੇਸ਼ਭੂਸ਼ਾ, ਬਾਹਰਲਾ ਦਿਖਾਵਾ ਕਦੇ ਵੀ ਕਿਸੇ ਦਾ ਭਲਾ ਨਹੀਂ ਕਰਦਾ। ਹਾਂ, ਉਹਦੀ ਪ੍ਰਭਤਾ ਕੀ ਹੈ, ਨਿਸ਼ਾਨੀ ਕੀ ਹੈ। ਜਿਵੇਂ ਕਿਸੇ ਬੱਚੇ ਦੇ ਸਕੂਲ ਦੀ ਵਰਦੀ ਪਾਈ ਹੋਵੇ ਤਾਂ ਪਤਾ ਲੱਗ ਜਾਂਦਾ ਇਹ ਵਿਦਿਆਰਥੀ ਹੈਗਾ, ਜਿਕੇ ਆਖੋ ਸਤਿਨਾਮ। ਜਦੋਂ ਪਹਿਲੀ ਵਾਰ ਵੱਡੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਨੂੰ ਮਿਲੇ ਸਨ, ਭਾਈ ਹੀਰਾ ਸਿੰਘ ਜੀ ਨੂੰ ਕਿਹਾ ਸੀ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ, ਕਹਿੰਦੇ ਫੌਜੀ ਸਾਹਿਬ 2-4 ਦਿਨ ਦੀ ਛੁੱਟੀ ਹੋਏਗੀ ਤੇ ਗੁਲਾਬ ਸਿੰਘ ਜੀ ਦੀ ਜਿਹੜਾ ਬਚਪਨ ਸੀ ਭਾਵ ਮਹਾਂਪੁਰਖਾਂ ਦਾ, ਉਹਨਾਂ ਨੂੰ ਆਖਿਆ ਸੀ ਕਿ ਹੁਣ ਤੱਕ ਖੁੱਲੀਆਂ ਛੁੱਟੀਆਂ ਹੋਣਗੀਆਂ। ਗੱਜ ਕੇ ਆਖੋ ਸਤਿਨਾਮ। ਉਹ ਕੀ ਸੀ ਕਿ ਜਿਹੜੀ ਮਹਾਂਪੁਰਖਾਂ ਦੇ ਵਸਤਰ ਪਹਿਨੇ ਸਨ ਉਹ ਤੋਂ ਪ੍ਰਤੀਤ ਹੋ ਰਿਹਾ ਸੀਗਾ ਵਿਦਿਆਰਥੀ ਨੇ। ਵੈਸੇ ਚਲੋ ਇਹ ਗੱਲ ਮਹਾਂਪੁਰਖਾਂ ਤੇ ਲਾਗੂ ਵੀ ਨਹੀਂ ਹੁੰਦੀ, ਕਿਉਂ, ਮਹਾਂਪੁਰਖ ਤ੍ਰਿਕਾਲਦਰਸ਼ੀ ਹੁੰਦੇ ਆ। ਮੇਰੇ ਕਹਿਣ ਦਾ ਭਾਵ ਇਤਨਾ ਸੀ ਕਿ ਵੇਸ਼ਭੂਸ਼ਾ ਤੋਂ ਸੌਖਾ ਅੰਦਾਜ਼ਾ ਲੱਗ ਜਾਂਦਾ ਹੈ। ਭਾਈ ਜਿਹੜਾ ਬਾਣਾ, ਇਹਦਾ ਮਹੱਤਵ ਆਪਣੀ ਥਾਂ ਤੇ ਮੌਜੂਦ ਹੈ, ਕਿਉਂਕਿ ਬਾਣੀ ਤੇ ਬਾਣੇ ਦਾ ਧਾਰਨੀ ਬਣਨਾ ਹੈ। ਬਾਹਰੋਂ 5 ਕਕਾਰਾਂ ਦਾ ਧਾਰਨੀ, ਰਹਿਤ ਦਾ ਧਾਰਨੀ, ਤੇ ਪਰ ਅੰਦਰੋਂ ਵੀ ਰਹਿਤ ਦਾ ਧਾਰਨੀ ਹੋਵੇ। ਜਿਹੜਾ ਗੁਰਸਿੱਖ ਭਗਤੀ ਕਰਦਾ ਹੈ ਉਹਦੀ ਭਗਤੀ ਦੀ ਸਮਾਪਤੀ ਜਿੱਦੇ ਗੁਰੂ ਸਰੂਪ ਹੋ ਜਾਏ ਉਦੇ ਹੋ ਜਾਂਦੀ ਹੈ। ਗੱਜ ਕੇ ਆਖੋ ਸਤਿਨਾਮ। ਜਿਹੜਾ ਭਗਤ ਈਸ਼ਵਰ ਦੀ ਭਗਤੀ ਕਰਦਾ, ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਭਗਤ ਈਸ਼ਵਰ ਦਾ ਰੂਪ ਹੋ ਜਾਂਦਾ ਹੈ। ਆਪਾਂ ਪੜਿਆ ਹਰ ਕਾ ਸੇਵਕ ਹਰ ਹੀ ਜੇਹਾ, ਕਹਿੰਦੇ ਜਿਹੜਾ ਉਹਦਾ ਸੇਵਕ ਬਣ ਗਿਆ ਨਾ ਤੇ ਕਹਿੰਦੇ ਉਹਦੇ ਵਰਗਾ ਹੀ ਹੋ ਜਾਂਦਾ ਹੈ, ਉਹਦੇ ਸਮਾਨ ਹੋ ਜਾਂਦਾ ਹੈ। ਕਿਉਂਕਿ ਨਾਮ ਦੀ ਵੱਡੀ ਵਡਿਆਈ ਹੈ, ਨਾਮ ਦੀ ਤਾਕਤ ਕੀ ਹੈ। ਜਿਹੜਾ ਨਾਮ ਜਪਦਾ ਉਹ ਨਾਮੀ ਵਿੱਚ ਭੇਦ ਹੋ ਜਾਂਦਾ ਹੈ, ਨਾਮੀ ਦਾ ਸਰੂਪ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਬਚਨ ਕਿਹਾ, ਇਹ ਬਿਦ ਕਰਤ ਤਪੱਸਿਆ ਭਇਓ, ਦੁਆਇਤ ਏਕ ਰੂਪ ਹੋਏ ਗਇਓ। ਇਸ ਕਰਕੇ ਸੇਵਕ ਸਾਧਨਾ ਕਰਨ ਵਾਲਾ, ਜਿੱਦਾਂ ਭਾਈ ਨਾਮ ਜਪਣ ਵਾਲਾ ਨਾਮੀ ਵਿੱਚ ਭੇਦ ਹੋ ਜਾਏ, ਉਹਦਾ ਆਪਣਾ ਵੱਖਰਾ ਪਣ ਨਾ ਰਵੇ, ਉਹਦੀ ਭਗਤੀ ਸੰਪੂਰਨ ਹੈ। ਤੇ ਜਿਹੜਾ ਗੁਰਸਿੱਖ ਗੁਰੂ ਰੂਪ ਹੋ ਜਾਏ ਉਹਦਾ ਗੁਰਸਿੱਖੀ ਮਾਰਗ ਸੰਪੂਰਨ ਹੈ। ਇਸ ਕਰਕੇ ਬਾਣੀ ਪੜ੍ਹਨਾ, ਸਿਮਰਨ ਕਰਨਾ, ਜਿਵੇਂ ਪਹਿਲਾਂ ਵੀ ਮਹਾਂਪੁਰਖਾਂ ਤੋਂ ਆਪ ਜੀ ਨੇ ਸੁਣਿਆ ਵੀ ਨਿਯਮ ਪਾਲਣੇ ਪੈਂਦੇ ਨੇ। ਵੈਸੇ ਗੁਰੂ ਘਰ ਵਿੱਚ ਹਠ ਨਹੀਂ ਹੈ, ਪਰ ਫਿਰ ਵੀ ਜਦੋਂ ਮਨ ਦਲਿੱਦਰ ਕਰਦਾ ਉਹਦੇ ਲਈ ਹਠ ਕਰਨਾ ਬੜਾ ਜ਼ਰੂਰੀ ਹੋ ਜਾਇਆ ਕਰਦਾ। ਜਿਵੇਂ ਜੇ ਹਠ ਨਾ ਕਰੀਏ ਤਾਂ ਅੰਮ੍ਰਿਤ ਵੇਲੇ ਉੱਠ ਨਹੀਂ ਸਕਦੇ। ਪਹਿਲਾਂ ਤਾਂ ਹਠ ਕਰਨਾ ਪਵੇਗਾ, ਪਰ ਫਿਰ ਜੀਵਨ ਬਣ ਜਾਵੇਗਾ। ਭਾਵ ਹਠ ਉਹ ਹੈ ਭੁੱਖੇ ਰਹਿਣਾ, ਇਹੋ ਜਿਹਾ ਹਠ ਨਹੀਂ ਕਰਨਾ। ਜਲ ਧਾਰੇ ਕਰਨੇ, ਧੂਣੇ ਤਾਪੀ ਜਾਣੇ, ਸਰੀਰ ਨੂੰ ਦੁੱਖ ਦੇਣਾ, ਤੇ ਤਾਦਕ ਇਹੋ ਜਿਹੇ ਜਿਹੜੇ ਹਠ ਨੇ। ਤੇ ਗੁਰੂ ਘਰ ਵਿੱਚ ਹਠ ਕੀ ਹੈ, ਲੋਹ ਤੇ ਪ੍ਰਸ਼ਾਦੇ ਬਣਾਉਣੇ, ਭਾਈ ਸੰਗਤਾਂ ਨੂੰ ਲੰਗਰ ਛਕਾਉਣਾ, ਬਰਤਨ ਮਾਂਜਣੇ, ਝਾੜੂ ਦੇਣਾ, ਜੋ ਵੀ ਸੇਵਾ ਕਰ ਸਕਦਾ ਹੋਵੇ, ਇਹ ਹੱਠ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਗੱਜ ਕੇ ਆਖੋ ਸਤਿਨਾਮ। ਕਈ ਜੀਵਨ ਸਤਪੁਰਸ਼ਾਂ ਦੇ ਦੇਖਿਆ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਜੋੜਾ ਹੀ ਨਹੀਂ ਪਾਇਆ ਪੈਰਾਂ ਵਿੱਚ। ਜੇਠ ਹੜ੍ਹ ਦੀ ਗਰਮੀ ਤਪਾਉਂਦੀ ਪੈਰਾਂ ਨੂੰ, ਧਰਤੀ ਗਰਮ ਹੈ,
ਸਿਆਲ ਠੰਡ ਦੇ ਕਾਰਨ, ਪਰ ਉਹ ਸੇਵਾ ਵਿੱਚ ਇਤਨੇ ਨਿਪੁੰਨ ਨੇ, ਆਪਣੇ ਸਾਈਂ ਦੀ ਯਾਦ ਵਿੱਚ ਸਰੀਰ ਦੇ ਖਿਆਲ ਹੀ ਭੁੱਲ ਜਾਂਦੇ ਆ। ਗੱਜ ਕੇ ਆਖੋ ਸਤਿਨਾਮ। ਪਰਵਾਹ ਹੀ ਕੋਈ ਨਹੀਂ, ਨਹੀਂ ਤੇ ਦੋ ਦੋ ਜਰਾਬਾਂ ਚੜਾਈਆਂ, ਬੂਟ ਚੜਾਏ ਆ, ਲਾਉਣ ਨੂੰ ਜੀ ਨਹੀਂ ਕਰਦਾ। ਕਿਤੇ ਨਗਰ ਕੀਰਤਨ ਆ ਜਾਵੇ, ਸਣੇ ਬੂਟ ਹੀ ਮੱਥਾ ਟੇਕਦਾ, ਕਿਤੇ ਉਤਾਰਦਾ। ਭਾਈ ਇਸ ਕਰਕੇ ਸਤਿਕਾਰ ਬੜਾ ਜ਼ਰੂਰੀ ਹੈ, ਰਹਿਤ ਬਹਿਤ ਜ਼ਰੂਰੀ ਹੈ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਇਹ ਵਾਹਿਗੁਰੂ ਤੇਰੀ ਵਡਿਆਈ ਬੜੀ ਵੱਡੀ ਹੈ, ਤੇਰੇ ਕਿਹੜੇ ਕਿਹੜੇ ਗੁਣ ਕਵਾਂ। ਕਿਉਂਕਿ ਜੇਬਾ ਤਾਂ ਇੱਕੋ ਹੀ ਹੈ ਨਾ, ਜਿਹਵਾ ਇੱਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੂ ਲਹੀਐ। ਤੇਰੀ ਜੇਬਾ ਇੱਕ ਹੈ, ਉਹਦੇ ਗੁਣਾਂ ਨੂੰ ਵਰਣਨ ਨਹੀਂ ਕਰ ਸਕਦੀ। ਕਈਆਂ ਨੇ ਉਹਦਾ ਨਾਮ ਰਾਮ ਰੱਖ ਲਿਆ, ਕਈਆਂ ਨੇ ਉਹਦਾ ਨਾਮ ਖੁਦਾ ਰੱਖ ਲਿਆ। ਇੱਕ ਸਤਿਗੁਰਾਂ ਕਿਰਪਾ ਕੀਤੀ, ਆਪਾਂ ਨੂੰ ਨਾਮ ਬਖਸ਼ਿਆ, ਵਾਹਿਗੁਰੂ ਗੁਰ ਮੰਤਰ ਹੈ। ਜਿਵੇਂ ਆਪ ਜੀ ਜਪ ਰਹੇ ਸਭ ਪਹਿਲੇ। ਸਾਧ ਸੰਗਤ ਜੀ, ਸ਼ੇਸ਼ ਨਾਗ ਜਿਹਦਾ 1000 ਮੂੰਹ ਮੰਨਿਆ, ਪਰ ਜੀਭਾਂ ਜੀਆਂ 2 ਕੱਢਦਾ, 2000 ਜੀਭਾਂ ਜੀਆਂ ਕੱਢਦਾ ਹੁੰਦਾ, ਦੇਖੋ ਕਦੇ ਵੀ ਉਹਨੂੰ। ਤੇ ਰੋਜ਼ ਨਿਤ ਨਵੇਂ ਨਾਂ ਰੱਖ ਕੇ ਪਰਮਾਤਮਾ ਦੇ ਸਿਮਰਨ ਕਰਦਾ। ਗੱਜ ਕੇ ਆਖੋ ਸਤਿਨਾਮ। ਭਾਵ 2000 ਨਾਮ ਰੋਜ਼ ਪਰਮਾਤਮਾ ਦੇ ਰੱਖਦਾ, ਸਿਮਰਨ ਕਰਦਾ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ। ਇਹ ਵਾਹਿਗੁਰੂ ਜੀ, ਸਤਿਗੁਰੂ ਜੀ, ਤੁਹਾਡੀ ਮਹਿਮਾ ਨਹੀਂ ਹੋ ਸਕਦੀ। ਤੇ ਸਾਧ ਸੰਗਤ ਜੀ, ਸਾਧੂ ਦੀ ਮਹਿਮਾ ਵੀ ਕਿਹਾ ਨਾ, ਸਾਧ ਕੀ ਮਹਿਮਾ ਭੇਦ ਨਾ ਜਾਣਾ। ਪਰ ਕਿਹਦੀ? ਜਿਹੜਾ ਉਹਦੇ ਵਿੱਚ ਭੇਦ ਹੋ ਗਿਆ, ਉਹਦੀ। ਏਦਾਂ ਕਹਿਣ ਮਾਤਰ ਨਹੀਂ। ਸਾਧ ਸੰਗਤ ਜੀ, ਸੰਸਾਰ ਸੰਤਾਂ ਦਾ ਵੀ ਭਰਿਆ ਪਿਆ ਹੈ। ਸੱਚ ਹੈ, ਬਾਣੇ ਵਿੱਚ ਪਖੰਡੀਆਂ ਦਾ ਵੀ ਭਰਿਆ ਹੋਇਆ। ਗੱਜ ਕੇ ਆਖੋ ਸਤਿਨਾਮ। ਪਰ ਸੱਚ ਇਹ ਹੈ ਕਿ ਸੰਸਾਰ ਸਾਧੂ ਤੋਂ ਬਿਨਾਂ ਚੱਲ ਵੀ ਨਹੀਂ ਸਕਦਾ। ਸੰਸਾਰ ਦੇ ਵਿੱਚ ਸਾਧੂ ਮੌਜੂਦ ਰਹਿੰਦੇ ਆ, ਰਹਿਤ ਵਾਲੇ, ਬਹਿਤ ਵਾਲੇ, ਰੱਬ ਨਾਲ ਪਿਆਰ ਕਰਨ ਵਾਲੇ, ਤੇ ਟੁੱਟੇ ਹੋਏ ਜੀਵਾਂ ਨੂੰ ਰੱਬ ਤੇ ਰਸਤੇ ਲਾਉਣ ਵਾਲੇ ਵੀ ਮੌਜੂਦ ਰਹਿੰਦੇ ਆ। ਭਾਵ ਸਤਿਪੁਰਸ਼ ਜੇ ਕਦੇ ਵੀ ਨਾਸ ਨਹੀਂ ਹੁੰਦਾ। ਸੋ ਇਸ ਕਰਕੇ ਸਾਧੂ ਜਿਹੜੇ ਨੇ ਭਾਈ, ਉਹਦਾ ਨਾਮ ਜਪਦੇ ਨੇ, ਉਹਦੀ ਮਹਿਮਾ ਪਰਪਾਰ ਹੈ ਨਾ, ਉਹਦਾ ਰੂਪ ਹੋ ਜਾਂਦੇ ਨੇ ਬੰਦਗੀ ਕਰਕੇ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੇਰੀ ਮਹਿਮਾ ਦਾ ਵਰਣਨ ਨਹੀਂ ਹੋ ਸਕਦਾ। ਤੂੰ ਠਾਕੁਰ ਊਚ ਭਗਵਾਨਾ। हे ਮੇਰੇ ਪਰਮੇਸ਼ਰ ਵਾਹਿਗੁਰੂ, ਤੂੰ ਸਭ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕਾ। ਵਾਹਿਗੁਰੂ ਤੱਕ ਕੌਣ ਪੁੱਜਦਾ ਹੈ? 3 ਮੰਜ਼ਲਾ ਮਕਾਨ ਹੋਵੇ ਗੁਰਮੁਖੋ, 1 ਮੰਜ਼ਲ ਦੀ ਪੌੜੀ ਲਾਓਗੇ ਤੇ ਪੁੱਜ ਨਹੀਂ ਹੋਵੇਗਾ, 3ਜੀ ਮੰਜ਼ਲ ਦੀ ਛੱਤ ਤੇ ਜਾ ਨਹੀਂ ਸਕੋਗੇ। 3 ਮੰਜ਼ਲਾ ਮਕਾਨ ਹੈ ਤੇ 3 ਮੰਜ਼ਲਾਂ ਤੱਕ ਪੌੜੀ ਚਾਹੀਦੀ ਹੈ। ਜਿੱਡਾ ਉੱਚਾ ਮਕਾਨ, ਓਡੀ ਪੌੜੀ ਦੀ ਲੋੜ ਹੈ। ਤੇ ਜਿੱਡਾ ਵੱਡਾ ਵਾਹਿਗੁਰੂ ਹੈ ਨਾ, ਓਡਾ ਵੱਡਾ ਤਾਂ ਉਹਦਾ ਨਾਮ ਹੀ ਹੈ। ਗੱਜ ਕੇ ਆਖੋ ਸਤਿਨਾਮ। ਜੇ ਉਹਦੇ ਤੱਕ ਪੁੱਜਣਾ ਕਿਸੇ ਨੇ, ਉਹਦੇ ਨਾਮ ਦੁਆਰਾ ਪੁੱਜਿਆ ਜਾ ਸਕਦਾ ਹੈ। ਇਹਨਾਂ ਮਹਾਂਪੁਰਖਾਂ ਨੇ ਉਹਦਾ ਨਾਮ ਜਪਿਆ, ਸਮਾਂ ਨੇੜੇ ਹੋ ਗਿਆ ਸਮਾਪਤੀ ਦਾ, ਜਿੰਨਾ ਵਕਤ ਸੀਗਾ। ਇਸ ਕਰਕੇ ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਹ ਭਗਵਾਨ ਜੀ, ਤੂੰ ਬੜਾ ਉੱਚਾ ਹੈ, ਪਰ ਜਦ ਕੋਈ ਤੇਰੇ ਨਾਮ ਦੇ ਜਹਾਜ਼ ਤੇ ਚੜ ਜਾਂਦਾ ਹੈ ਤੇ ਜਹਾਜ਼ ਨਾਲ ਸਮੁੰਦਰ ਪਾਰ ਹੋ ਜਾਂਦਾ ਹੈ। ਜੇ ਉਦਾਂ ਪਾਰ ਕਰੀਏ ਤੇ ਫਿਰ ਤੇ ਆਪਾਂ ਲੱਭਣਾ ਹੀ ਕਿਤੇ ਨਹੀਂ ਕਿੱਥੇ ਆਂਗਾ। ਜਿੱਥੇ ਆਖੋ ਸਤਿਨਾਮ। ਤੇ ਇਸ ਕਰਕੇ ਭਵਜਲ ਰੂਪੀ ਸੰਸਾਰ ਸਮੁੰਦਰ ਤੋਂ ਜੇ ਤਾਰਦਾ ਹੈ ਤਾਂ ਉਹ ਗੁਰਾਂ ਦਾ ਨਾਮ ਰੂਪੀ ਜਹਾਜ਼ ਹੈ। ਨਾਨਕ ਨਾਮ ਜਹਾਜ਼ ਹੈ,
ਚੜੇ ਸੋਤਰੇ ਪਾਰ। ਭਾਈ ਇਹਨਾਂ ਮਹਾਂਪੁਰਖਾਂ ਨੇ ਉਹ ਨਾਮ ਜਪਿਆ ਤੇ ਨਾਮ ਰੂਪੀ ਜਹਾਜ਼ ਤੇ ਚੜਾਇਆ ਵੀ ਹੈ ਜੀਵਾਂ ਨੂੰ, ਤੇ ਪਾਰ ਵੀ ਕੀਤਾ। ਗੱਜ ਕੇ ਆਖੋ ਸਤਿਨਾਮ। ਨਾਮ ਦੀ ਕੀ ਵਡਿਆਈ। ਮੇਰੀ ਬੇਨਤੀ ਇੱਕ, ਮੈਂ ਮਹਾਂਪੁਰਖਾਂ ਦੇ ਜੀਵਨ ਵਿੱਚ ਰੂਹਾਨੀ ਸੰਦੇਸ਼ ਪੜ੍ਹਦੇ ਆ ਜਿਨ੍ਹਾਂ ਦਾ ਲਗਾਓ ਹੈ ਮਹਾਂਪੁਰਖਾਂ ਦੇ ਜੀਵਨ ਦੇ ਨਾਲ, ਉਹ ਟੂਕ ਮਾਤਰ ਜਿਵੇਂ ਥੋੜਾ ਜ਼ਿਕਰ ਪਹਿਲਾਂ ਵੀ ਕੀਤਾ। ਕਹਿੰਦੇ ਜਦੋਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਏ, ਪਹਿਲਾਂ ਨਾਮ ਦੇ ਦਿੱਤਾ, ਭਾਵ ਜੁਗਤੀ ਨਾਮ ਜਪਣ ਦੀ ਦੱਸ ਦਿੱਤੀ। ਨਹੀਂ, ਮਹਾਂਪੁਰਖ ਕਹਿੰਦੇ ਪਹਿਲਾਂ ਪੀਵੋ ਪੌਹਲ ਖੰਡ ਧਾਰ ਹੋਏ, ਕੁਝ ਦਿਨ ਸੇਵਾ ਕੀਤੀ, ਸਿਮਰਨ ਕੀਤਾ, ਸੇਵਾ ਵਿੱਚ ਜੁਟੇ ਰਹੇ, ਦਰਸ਼ਨ ਕੀਤਾ ਤੇ ਅੰਮ੍ਰਿਤ ਛਕਿਆ। ਹੁਕਮਨਾਮੇ ਜੋ ਆਏ ਉਸ ਤੋਂ ਨਾਮ ਬਦਲ ਕੇ ਈਸ਼ਰ ਸਿੰਘ ਰੱਖਿਆ। ਗੱਜ ਕੇ ਆਖੋ ਸਤਿਨਾਮ। ਤੇ ਇਸ ਤਰ੍ਹਾਂ ਜਿਹੜੇ ਨਾਲ ਗੁਰਮੁਖ ਸਨ ਉਹਨਾਂ ਨੇ ਵੀ ਅੰਮ੍ਰਿਤ ਛਕਿਆ। ਕੁਝ ਦਿਨਾਂ ਬਾਅਦ ਮਹਾਂਪੁਰਖਾਂ ਨੇ ਫਿਰ ਭਾਈ ਨਾਮ ਦੀਆਂ ਉਕਤੀਆਂ ਜੁਗਤੀਆਂ ਉਹ ਦਰਸਾਈਆਂ, ਤਰੀਕਾ ਦੱਸਿਆ। ਕਈ ਸ਼ੰਕਾ ਕਰਦੇ ਆ ਇੱਥੇ ਵੀ ਜਦੋਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਉੱਥੇ ਮੂਲ ਮੰਤਰ ਗੁਰਮਤਿ ਦ੍ਰਿੜ ਕਰਵਾ ਦਿੱਤਾ, ਫਿਰ ਨਾਮ ਦੀ ਕੀ ਲੋੜ ਹੈ ਵੱਖਰਾ ਕਿਸੇ ਸੰਤ ਤੋਂ ਕਿਸੇ ਮਹਾਂਪੁਰਖ ਤੋਂ ਲਈਏ। ਨਹੀਂ ਭਾਈ, ਉਹ ਵੱਖਰਾ ਨਹੀਂ ਹੁੰਦਾ, ਉਹੀ ਗੁਰਮੰਤਰ ਤੇ ਮੂਲ ਮੰਤਰ ਹੁੰਦਾ ਹੈ। ਪਰ ਮਹਾਂਪੁਰਖ ਜਿਨ੍ਹਾਂ ਨੇ ਉਸ ਰਸਤੇ ਤੇ ਚੱਲਣਾ ਕੀਤਾ ਨਾ, ਉਹ ਜੁਗਤੀਆਂ ਦੱਸਦੇ ਨੇ। ਗੱਜ ਕੇ ਆਖੋ ਸਤਿਨਾਮ। ਫਿਰ ਉਹ ਮਹਾਂਪੁਰਖਾਂ ਦੀਆਂ ਦੱਸੀਆਂ ਹੋਈਆਂ ਜੁਗਤੀਆਂ ਅਨੁਸਾਰ, ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਦੀ ਜੁਗਤੀ ਦੇ ਅਨੁਸਾਰ ਬੰਦਗੀ ਕੀਤੀ ਤੇ ਮਹਾਂਪੁਰਖਾਂ ਦੀ ਤਨ ਮਨ ਧਨ ਨਾਲ ਸੇਵਾ ਵੀ ਕੀਤੀ। ਕਦੇ ਠੰਡ ਤੋਂ ਨਹੀਂ ਡਰੇ, ਕਦੇ ਗਰਮੀ ਤੋਂ ਨਹੀਂ ਡਰੇ, ਬਸ ਆਗਿਆ ਵਿੱਚ ਰਹੇ ਤੇ ਫਿਰ ਇਸ ਮਰਤਬੇ ਤੱਕ ਪੁੱਜੇ। ਉਹਨਾਂ ਨੇ ਗੁਰੂ ਕੀ ਗੁਰਮਤਿ ਨੂੰ ਧਾਰਨ ਕੀਤਾ। ਅਸਲ ਵਿੱਚ ਜਿਹੜੇ ਜੁੜੇ ਹੋਇਆਂ ਦੀ ਉਸਤਤ ਹੈ, ਜੋ ਹਰਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵੰਦੀ ਜਨ ਕਾ ਜੈਕਾਰ ਕਰਾਈ। ਜੋ ਰੱਬ ਦੇ ਪਿਆਰਿਆਂ ਦੀ ਉਸਤਤ ਹੈ ਉਹ ਕੁਦਰਤੀ ਤੌਰ ਤੇ ਉਹਦੇ ਵਿੱਚ ਨਾਮ ਤੇ ਨਾਮੀ ਦੀ ਵਡਿਆਈ ਹੈ। ਇਸ ਕਰਕੇ ਸਾਧੂ ਦੀ ਵਡਿਆਈ ਦੁਆਰਾ ਪਰਮੇਸ਼ਰ ਦੀ ਹੀ ਵਡਿਆਈ ਹੋ ਰਹੀ ਹੈ। ਗੱਜ ਕੇ ਆਖੋ ਸਤਿਨਾਮ। ਸੋ ਆਓ ਮੈਂ ਸਮਾਪਤੀ ਕਰਾਂ, ਸਮੇਂ ਤੋਂ ਬਾਹਰ ਨਾ ਜਾਈਏ। ਭਾਈ ਮਹਾਂਪੁਰਖ ਜਿਉਂਦੇ ਜਦੋਂ ਜੀਵਨ ਦੌਰਾਨ ਸੰਸਾਰ ਵਿੱਚ ਵਰਤਦੇ ਨੇ, ਉਦੋਂ ਵੀ ਜੀਵਾਂ ਨੂੰ ਰੱਬ ਨਾਲ ਜੋੜਦੇ ਆ, ਚੜ੍ਹਾਈ ਕਰ ਜਾਂਦੇ ਨੇ, ਸਰੀਰ ਓਹਲੇ ਕਰ ਜਾਂਦੇ ਆ ਤੇ ਆਪਣੇ ਜਾਣ ਤੋਂ ਬਾਅਦ ਵੀ ਆਪਣੀ ਯਾਦ ਦੁਆਰਾ ਜੀਵਾਂ ਨੂੰ ਪਰਮੇਸ਼ਰ ਨਾਲ ਹੀ ਜੋੜਦੇ ਨੇ। ਗੱਜ ਕੇ ਆਖੋ ਸਤਿਨਾਮ। ਪਤਾ ਨਹੀਂ ਕਿੱਥੇ ਕਿੱਥੇ ਯਾਦਾਂ ਮਨਾਈਆਂ ਜਾ ਰਹੀਆਂ, ਕੱਲੀ ਉਰੇ ਨਹੀਂ, ਰਾੜਾ ਸਾਹਿਬ ਨਹੀਂ, ਤੇ ਸਾਧ ਸੰਗਤ ਜੀ ਹੋਰ ਨਗਰਾਂ ਵਿੱਚ ਜਿੱਥੇ ਜਿੱਥੇ ਕੋਈ ਰੱਬ ਦਾ ਪਿਆਰਾ ਨਾ, ਉਹਨਾਂ ਨੂੰ ਜਿਹੜਾ ਜੁੜਿਆ ਹੋਇਆ ਐਸੇ ਮਹਾਂਪੁਰਖਾਂ ਨੂੰ ਜ਼ਰੂਰ ਯਾਦ ਕਰਦਾ ਹੈ। ਮਹਾਂਪੁਰਖ ਬਾਬਾ ਧਰਮਸਪਾਲ ਸਿੰਘ ਜੀ ਨੇ ਹੁਕਮ ਕੀਤਾ ਸੀ ਆਪ ਦੇ ਦਰਸ਼ਨ ਕਰਨ ਦਾ, ਤੇ ਆਪਣੇ ਵੱਡਿਆਂ ਦੀ ਯਾਦ ਮਨਾ ਰਹੇ ਨੇ। ਆਓ ਧਾਰਨਾ ਪੜੋ ਤੇ ਸਮਾਪਤੀ ਕਰੀਏ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਮਹਾਂਪੁਰਖਾਂ ਦਾ
ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਦੀ ਕਿਰਪਾ ਦੁਆਰਾ ਆਪ ਜੀ ਦੇ ਦਰਸ਼ਨ ਹੋਏ ਨੇ ਤੇ ਇਹ ਸਮਾਂ ਗੁਰੂ ਕੀ ਬਾਣੀ ਪੜ੍ਹਦਿਆਂ, ਉਸਤਤ ਪੜ੍ਹਦਿਆਂ, ਵਿਚਾਰਦਿਆਂ ਖਰਚ ਹੋਇਆ। ਸੋ ਸਾਧ ਸੰਗਤ ਜੀ, ਗੁਰਮਤ ਵਿਚਾਰ ਆਪਣੇ ਹਿਰਦੇ 'ਚ ਵਸਾਉਣੀ, ਗੁਰਮਤ ਤੋਂ ਬਾਹਰ ਕਿਹਾ ਹੋਇਆ ਬਚਨ ਉਹਦੇ ਲਈ ਖਿਮਾ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।